ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਵੇਲੇ ਸੋਹਣੀ ਧੁੱਪ ਨਿਕਲੀ ਹੈ। ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ ਹਰਿਆਣਾ ਤੇ ਦਿੱਲੀ ਦੇ ਵਿੱਚ ਸੋਹਣੀ ਧੁੱਪ ਨਿਕਲ ਰਹੀ ਹੈ ਦਿਨ ਦੇ ਵੇਲੇ। ਪਰ ਹਰਿਆਣਾ, ਪੰਜਾਬ ਤੇ ਦਿੱਲੀ ਦੇ ਵਿੱਚ ਇੱਕਦਮ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਸੰਘਣੀ ਧੁੰਦ ਪੈਂਦੀ ਹੈ, ਜਿਹਦੇ ਕਰਕੇ ਜਨਜੀਵਨ ਕਾਫੀ ਪ੍ਰਭਾਵਿਤ ਹੋ ਜਾਂਦਾ। ਕਿਉਂਕਿ ਲੰਘੇ ਕੱਲ੍ਹ ਵੀ ਖਬਰ ਆਈ ਕਿ ਮਾਲਵੇ ਦੇ ਕੁਝ ਹਿੱਸਿਆਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਵਾਹਨ ਟਕਰਾ ਗਏ, ਕਿਉਂਕਿ ਸੰਘਣੀ ਇੰਨੀ ਧੁੰਦ ਹੁੰਦੀ ਹੈ ਵੀ ਪੁੱਛੋ ਕੁਝ ਨਾ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ 16, 17 ਤੇ 18 ਫਰਵਰੀ ਨੂੰ ਵੀ ਲਗਾਤਾਰ ਇਸੇ ਤਰੀਕੇ ਨਾਲ ਸੰਘਣੀ ਧੁੰਦ ਪੈਣੀ ਹੈ ਰਾਤ ਤੇ ਸਵੇਰ ਦੇ ਵੇਲੇ, ਪਰ ਦਿਨ ਦੇ ਵੇਲੇ ਮੌਸਮ ਸੋਹਣਾ ਰਹਿਣਾ, ਯਾਨੀ ਕਿ ਧੁੱਪ ਖਿੜੀ ਰਹਿਣੀ ਹੈ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਨੌਦੀਪ ਕੌਰ ਦੀ ਗੱਲ ਕਰੀਏ ਤਾਂ ਉਹਦੇ ਉੱਤੇ 3 ਮਾਮਲੇ ਦਰਜ ਹੋਏ ਆ। ਉਹਦੇ ਵਿੱਚੋਂ 2 ਮਾਮਲਿਆਂ ਦੇ ਵਿੱਚੋਂ ਜ਼ਮਾਨਤ ਮਿਲ ਗਈ ਹੈ। ਲੰਘੇ ਕੱਲ੍ਹ ਵੀ ਇੱਕ ਮਾਮਲੇ ਦੇ ਵਿੱਚੋਂ ਜ਼ਮਾਨਤ ਮਿਲੀ ਹੈ, ਪਰ ਹਾਲੇ ਤੱਕ ਨੌਦੀਪ ਕੌਰ ਬਾਹਰ ਨਹੀਂ ਜੇਲ੍ਹ ਦੇ ਵਿੱਚੋਂ ਆ ਸਕੂਗੀ, ਕਿਉਂਕਿ ਤੀਜੇ ਮਾਮਲੇ ਦੇ ਉੱਤੇ ਜ਼ਮਾਨਤ ਮਿਲਣੀ ਹਾਲੇ ਬਾਕੀ ਹੈ। ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਲੀਗਲ ਟੀਮ ਆ ਜਿਹੜੀ ਉਹ ਲਗਾਤਾਰ ਉਹਨਾਂ ਲੋਕਾਂ ਦੇ ਕੇਸਾਂ ਦੀ ਪੈਰਵੀ ਕਰ ਰਹੀ ਹੈ ਜਿਹੜੇ ਕਿ 26 ਤਰੀਕ ਦੇ ਘਟਨਾਕ੍ਰਮ ਤੋਂ ਬਾਅਦ ਜਾਂ ਦਿੱਲੀ ਦੇ ਅੰਦੋਲਨ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਕੇਸ ਦੇ ਵਿੱਚ ਉਲਝ ਗਏ ਆ, ਜਿਨ੍ਹਾਂ ਨੂੰ ਇਸ ਵਕਤ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ। ਪਰਚੇ ਕਈ ਤਰ੍ਹਾਂ ਦੇ ਦਰਜ ਹੋਏ ਆ। ਉਹਨਾਂ ਲੋਕਾਂ ਦੀ ਰਿਹਾਈ ਦੇ ਵਾਸਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਵੱਲੋਂ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਆ ਤਾਂ ਉਹ ਇਸ ਵਕਤ ਜੋ ਹਾਲਾਤ ਬਣੇ ਹੋਏ ਆ, ਕੁੱਲ ਹਾਲਾਤ ਉਹਦੇ ਮੁਤਲਕ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਵਸਦੇ ਲੋਕਾਂ ਦੇ ਵੱਲੋਂ ਇਹ ਪੁੱਛਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਦਾ ਆਖਰ ਬਣੂਗਾ ਕਿ। ਇਸ ਗੱਲ ਦਾ ਫਿਕਰ ਵੀ ਸਭ ਨੂੰ ਆ, ਹਰ ਕੋਈ ਇਸ ਦਾ ਜ਼ਿਕਰ ਵੀ ਕਰਦਾ ਹੈ, ਪਰ ਗੱਲ ਇਹ ਆ ਵੀ ਉੱਥੇ ਦਾ ਉੱਥੇ ਮਾਮਲਾ ਖੜਾ ਪ੍ਰਤੀਤ ਹੁੰਦਾ, ਕਿਉਂਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕੋਈ ਫਿਕਰਮੰਦੀ ਵੀ ਨਹੀਂ ਜ਼ਾਹਰ ਕੀਤੀ ਜਾ ਰਹੀ। ਕਿਸਾਨਾਂ ਦੇ ਨਾਲ ਕੋਈ ਮੀਟਿੰਗ ਵੀ ਨਹੀਂ ਕੀਤੀ ਜਾ ਰਹੀ। ਰਾਕੇਸ਼ ਟਕੈਤ ਹੋਰਾਂ ਨੇ ਲੰਘੇ ਕੱਲ੍ਹ ਵੀ ਇਹ ਗੱਲ ਕਹੀ ਹੈ ਵੀ ਕੇਂਦਰ ਦੀ ਸਰਕਾਰ ਮੀਟਿੰਗ ਦਾ ਦਿਨ ਮਿੱਥੇ, ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ, ਪਰ ਅਸੀਂ ਪਹਿਲਾਂ ਵਾਲੀਆਂ ਹੀ ਮੰਗਾਂ ਦੇ ਉੱਤੇ ਅਡਿੱਗ ਹਾਂ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣੇ ਆ। ਅਸੀਂ ਇਹ ਚਾਹੁੰਦੇ ਹਾਂ ਜੀ ਕਿ MSP ਦੀ ਲਿਖਤੀ ਤੌਰ 'ਤੇ ਗਰੰਟੀ ਹੋਵੇ ਤੇ ਸਵਾਮੀਨਾਥਨ ਫਾਰਮੂਲਾ ਲਾਗੂ ਹੋਣ ਦੇ ਨਾਲ ਜਿਹੜੇ ਵੀ ਲੋਕ 26 ਤਰੀਕ ਦੇ ਹਿੰਸਾ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਆ, ਪਰਚੇ ਰੱਦ ਹੋਣ ਤੇ ਰਿਹਾਈ ਉਹਨਾਂ ਦੀ ਹੋਵੇ। ਪਰ ਉਸ ਤੋਂ ਅਗਲੀ ਗੱਲ ਇਹ ਹੈ ਵੀ ਇਸ ਮਾਮਲੇ ਦੇ ਉੱਤੇ ਚੰਗੀ ਖਬਰ ਆਉਣ ਦੀ ਥਾਂ ਦੇ ਉੱਤੇ ਕੇਂਦਰ ਦੇ ਵੱਖ-ਵੱਖ ਮੰਤਰੀਆਂ ਦੇ ਵੱਲੋਂ ਤੇ ਖਾਸ ਕਰਕੇ ਹਰਿਆਣੇ ਦੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਖੇਤੀਬਾੜੀ ਮੰਤਰੀ ਹਰਿਆਣੇ ਦੇ JP ਦਲਾਲ ਹੋਰਾਂ ਨੇ ਕਿਸਾਨਾਂ ਦੇ ਜ਼ਖਮ ਉਚੇੜੇ ਆ, ਉਹਨੂੰ ਛੇਤੀ ਕਿਤੇ ਲੋਕ ਭੁੱਲ ਨਹੀਂ ਸਕਣਗੇ। ਆਪਾਂ ਸਾਰੇ ਜਾਣਦੇ, ਪਿਛਲੇ ਦਿਨੀ ਉਹਨਾਂ ਨੇ ਕਹਿ ਦਿੱਤਾ ਸੀ ਪੱਤਰਕਾਰਾਂ ਨੂੰ ਕਿ ਇਹ ਕਿਸਾਨ ਆਪਦੀ ਸਵੈ ਇੱਛਾ ਨਾਲ ਮਰੇ ਆ, ਇਹ ਤਾਂ ਆਪਦੇ ਘਰ ਦੇ ਵਿੱਚ ਬੈਠੇ ਵੀ ਮਰ ਸਕਦੇ ਸੀ, ਇਹ ਮਰਨਾ ਹੀ ਚਾਹੁੰਦੇ ਸੀਗੇ, ਇਸ ਕਰਕੇ ਇਹਦੇ ਬਾਬਤ ਕੋਈ ਬਹੁਤੀ ਗੱਲ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਸੀ ਕਿ 1.5-2 ਲੱਖ ਲੋਕ ਜਿੱਥੇ ਬੈਠੇ ਹੋਣ ਉੱਥੇ 150-200 ਮਰ ਵੀ ਜਾਂਦਾ ਹੁੰਦਾ। ਜਦੋਂ ਉਹਨਾਂ ਦੇ ਇਸ ਬਿਆਨ ਦੇ ਉੱਤੇ ਵਿਵਾਦ ਪੈਦਾ ਹੋਇਆ ਤਾਂ ਫਿਰ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ, ਕਹਿੰਦੇ ਜੀ ਅਸਲ ਦੇ ਵਿੱਚ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀਗਾ। ਸੋ ਸਾਡੇ ਜਿਹੜੇ ਕੇਂਦਰ ਦੇ ਮੰਤਰੀ ਹੋਣ ਜਾਂ ਹਰਿਆਣੇ ਦੀ ਸਰਕਾਰ ਦੇ ਮੰਤਰੀ ਹੋਣ, ਉਹਨਾਂ ਦੀ ਸੋਚ ਇਹੋ ਜਿਹੀ ਆ ਕਿਸਾਨਾਂ ਦੇ ਅੰਦੋਲਨ ਦੇ ਪ੍ਰਤੀ ਤੇ ਮਰ ਰਹੇ ਕਿਸਾਨਾਂ ਦੇ ਪ੍ਰਤੀ, ਸ਼ਹੀਦ ਹੋ ਰਹੇ ਕਿਸਾਨਾਂ ਦੇ ਪ੍ਰਤੀ ਉਹ ਇਹ ਸੋਚ ਰੱਖਦੇ ਆ। ਤੇ ਇਸ ਤੋਂ ਬਾਅਦ ਆਪੇ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਕੇਂਦਰ ਦੀ ਸਰਕਾਰ ਜਾਂ ਭਾਜਪਾ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕਿੰਨੇ ਕੁ ਫੈਸਲੇ ਕੀਤੇ ਜਾ ਸਕਦੇ ਆ, ਕੀ ਉਹ ਖੇਤੀ ਕਾਨੂੰਨ ਰੱਦ ਕਰ ਸਕਦੇ ਆ ਜਾਂ ਫਿਰ ਨਹੀਂ। ਪਰ ਜਿਹੜੀ ਵੱਡੀ ਗੱਲ ਇਹ ਹੈ, ਇੱਕ ਦੁਖਦਾਈ ਗੱਲ, ਕਿ 2 ਬਜ਼ੁਰਗ ਨੇ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਏ, ਜੇਲ੍ਹ ਦੇ ਵਿੱਚੋਂ ਜ਼ਮਾਨਤ ਦੇ ਉੱਤੇ ਬਾਹਰ ਆਏ ਆ। ਉਹਨਾਂ ਦੇ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਖਬਰ ਆਈ ਹੈ। ਉਹਨਾਂ ਦੇ ਵਿੱਚੋਂ ਇੱਕ ਜੀਤ ਸਿੰਘ ਨਾਂ ਦਾ ਬਜ਼ੁਰਗ, ਉਹਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੂੰ ਅਸੀਂ ਰੋਟੀ ਟੁੱਕ ਛਕਾਉਂਦੇ ਰਹੇ, ਜਿਨ੍ਹਾਂ ਨੂੰ ਅਸੀਂ ਗੁਰੂ ਕਾ ਲੰਗਰ ਛਕਾਉਂਦੇ ਰਹੇ ਹਾਂ, ਉਹਨਾਂ ਹੀ ਪੁਲਿਸ ਵਾਲਿਆਂ ਨੇ ਸਾਡੇ ਨਾਲ ਉਹ ਸਲੂਕ ਕੀਤਾ ਵੀ ਪੁੱਛੋ ਕੁਝ ਨਾ। ਸਾਡੀ ਦਾੜੀ ਪੱਟੀ ਗਈ ਹੈ, ਸਾਡੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਸਾਡੀ ਉਮਰ ਨਹੀਂ ਦੇਖੀ ਗਈ ਵੀ ਇਹ 70 ਸਾਲ ਦੇ, 75 ਸਾਲ ਦੇ, 80 ਸਾਲ ਦੇ ਆ। ਸਾਡੇ ਨਾਲ ਪਸ਼ੂਆਂ ਤੋਂ ਭੈੜਾ ਵਤੀਰਾ ਕੀਤਾ ਗਿਆ, ਅੰਨਾ ਤਸ਼ੱਦਦ ਸਾਡੇ ਉੱਤੇ ਕੀਤਾ ਗਿਆ। ਜਿਨ੍ਹਾਂ ਨੂੰ ਅਸੀਂ ਲੰਗਰ ਛਕਾਉਂਦੇ ਰਹੇ ਹਾਂ ਉਹਨਾਂ ਨੇ ਹੀ ਸਾਡੇ ਉੱਤੇ ਅੰਨਾ ਤਸ਼ੱਦਦ ਕੀਤਾ। ਪਰ ਉਸ ਬਜ਼ੁਰਗ ਦੇ ਹੌਸਲੇ ਨੂੰ ਸਲਾਮ ਕਰਨੀ ਬਣਦੀ ਹੈ। ਬਜ਼ੁਰਗ ਆਪਦੇ ਪਿੰਡ ਦੇ ਵਿੱਚ ਪਹੁੰਚਿਆ, ਨਾਲ ਦੀ ਨਾਲ ਹੀ ਇਹ ਗੱਲ ਕਹੀ ਹੈ ਕਿ ਮੈਂ ਹੁਣ ਫੇਰ ਕਿਸਾਨ ਅੰਦੋਲਨ ਦੇ ਵਿੱਚ ਜਾਊਂਗਾ। ਇਹੋ ਜਿਹੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿਛਲੇ 2.5 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਵੱਖ-ਵੱਖ ਹੱਦਾਂ ਦੇ ਉੱਤੇ ਡਟੇ ਹੋਏ ਨੇ। ਅਜਿਹੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਉਪਰੰਤ ਵੀ ਕਿਸਾਨ ਅੰਦੋਲਨ ਦੇ ਵਿੱਚ ਮੁੜ ਡਟ ਰਹੇ ਨੇ, ਯਾਨੀ ਕਿ ਜੇਲ੍ਹ ਦਾ ਡਰ ਵੀ ਉਹਨਾਂ ਦੇ ਪੈਰਾਂ ਨੂੰ ਪੱਟ ਨਹੀਂ ਸਕਿਆ। 70 ਸਾਲਾ ਸਾਬਕਾ ਫੌਜੀ ਜੀਤ ਸਿੰਘ ਤਿਹਾੜ ਜੇਲ੍ਹ ਦੇ ਵਿੱਚ 16 ਦਿਨ ਬਿਤਾਉਣ ਤੋਂ ਬਾਅਦ ਦਿੱਲੀ ਦੇ ਬਾਰਡਰ ਦੇ ਉੱਤੇ ਡਟਣ ਵਾਸਤੇ ਤਿਆਰ ਹੈ। ਉਹਨਾਂ ਨੂੰ 28 ਜਨਵਰੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਜਦੋਂ ਉਹ ਐਤਵਾਰ ਸਵੇਰੇ ਖਨੌਰੀ ਕਸਬਾ ਵਿਖੇ ਆਪਣੇ ਘਰ ਪਹੁੰਚਿਆ ਤਾਂ ਉਸਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਵਿੱਚ ਦੁਬਾਰਾ ਸ਼ਾਮਲ ਹੋਣ ਦਾ ਐਲਾਨ ਕੀਤਾ।
ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੇਰੇ ਸਮੇਤ ਕੁਝ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਗੱਡੀ ਦੇ ਵਿੱਚ ਲਿਜਾਇਆ ਗਿਆ। ਮੈਨੂੰ ਪਜਾਮਾ ਤੱਕ ਨਹੀਂ ਪਾਉਣ ਦਿੱਤਾ ਗਿਆ ਤੇ ਕਸ਼ਹਿਰੇ ਦੇ ਵਿੱਚ ਹੀ ਮੈਨੂੰ ਥਾਣੇ ਲੈ ਕੇ ਗਏ। ਕੀ ਇਹ ਇੱਕ ਸਾਬਕਾ ਫੌਜੀ ਨਾਲ ਪੇਸ਼ ਆਉਣ ਦਾ ਤਰੀਕਾ ਹੈ? ਜੀਤ ਸਿੰਘ ਦੇ ਕੋਲੇ 1 ਏਕੜ ਜ਼ਮੀਨ ਹੈ। ਇਸ ਤੋਂ ਪਹਿਲਾਂ ਉਹ ਰੋਹਤਕ ਦੇ ਬਾਨੀਆਣੀ ਪਿੰਡ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੇ ਤੌਰ ਤੇ ਕੰਮ ਕਰਦਾ ਸੀ, ਜੋ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜੱਦੀ ਪਿੰਡ ਸੀ। ਉਹਨਾਂ ਕਿਹਾ ਕਿ ਜੇਕਰ ਸਾਡੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਸਾਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਵਿਰੋਧ ਕਰਨ ਦਾ ਅਧਿਕਾਰ ਹੈ। ਜੀਤ ਸਿੰਘ ਨੇ ਕਿਹਾ ਕਿ 3 ਖੇਤੀ ਕਾਨੂੰਨ ਦੇਸ਼ ਨੂੰ ਬਰਬਾਦ ਕਰ ਦੇਣਗੇ, ਕਿਸਾਨੀ ਨੂੰ ਤਬਾਹ ਕਰ ਦੇਣਗੇ ਤੇ ਇਹ ਸਾਰੇ ਕਿਸਾਨਾਂ ਦੇ ਨਾਲ ਹੀ ਬੇਇਨਸਾਫੀ ਹੈ। ਮੈਂ ਵਿਰੋਧ ਦੇ ਵਿੱਚ ਦੁਬਾਰਾ ਸ਼ਾਮਲ ਹੋਵਾਂਗਾ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਸਿਰਫ ਇੱਕ ਬਜ਼ੁਰਗ ਜੀਤ ਸਿੰਘ ਦੀ ਗੱਲ ਨਹੀਂ ਹੈ। ਕੁਝ ਹੋਰ ਬਜ਼ੁਰਗਾਂ ਨੇ ਵੀ ਇਹ ਗੱਲ ਕਹੀ ਹੈ ਜਿਹੜੇ ਕਿ ਹੁਣ ਜੇਲ੍ਹ ਦੇ ਵਿੱਚੋਂ ਹੌਲੀ ਹੌਲੀ ਬਾਹਰ ਆ ਰਹੇ ਆ। ਕਿਸੇ ਨੂੰ ਜ਼ਮਾਨਤ ਮਿਲ ਗਈ ਹੈ ਤੇ ਕਿਸੇ ਨੂੰ ਜ਼ਮਾਨਤ ਹਾਲੇ ਤੱਕ ਨਹੀਂ ਮਿਲੀ। ਇੱਕ ਬਜ਼ੁਰਗ ਨੇ ਇਹ ਗੱਲ ਕਹੀ ਹੈ ਕਿ ਬਰਾੜੀ ਦੇ ਮੈਦਾਨ ਦੇ ਵਿੱਚ 26 ਤਰੀਕ ਦੀ ਸ਼ਾਮ ਨੂੰ 7 ਵਜੇ ਦੇ ਕਰੀਬ ਅਸੀਂ ਲੰਗਰ ਛਕ ਰਹੇ ਸੀ। ਪੁਲਿਸ ਨੇ ਸਾਨੂੰ ਇੱਥੋਂ ਹੀ ਚੱਕ ਲਿਆ, ਇੱਥੋਂ ਗ੍ਰਿਫਤਾਰ ਕਰ ਲਿਆ। ਸਾਡੇ ਉੱਤੇ ਅੰਨਾ ਤਸ਼ੱਦਦ ਕੀਤਾ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਬਚ ਗਏ ਹਾਂ, ਸਾਡੀ ਜ਼ਿੰਦਗੀ ਬਚ ਗਈ ਹੈ। ਮਤਲਬ ਇਹ ਹੈ ਕਿ ਦਿੱਲੀ ਦੀ ਪੁਲਿਸ ਜਿਹੜੀ ਕਿ ਇਹ ਗੱਲ ਕਹਿੰਦੀ ਹੈ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਕੋਈ ਤਸ਼ੱਦਦ ਨਹੀਂ ਕਰ ਰਹੇ, ਕੋਈ ਅਤਿਆਚਾਰ ਨਹੀਂ ਕਰ ਰਹੇ, ਕੋਈ ਧੱਕਾ ਨਹੀਂ ਕਰ ਰਹੇ, ਉਸ ਦਿੱਲੀ ਪੁਲਿਸ ਦਾ ਅਸਲ ਚਿਹਰਾ ਇਹ ਜਿਹੜੇ ਸਾਬਕਾ ਫੌਜੀ ਨੇ ਜਾਂ ਜਿਹੜੇ ਬਜ਼ੁਰਗ ਕਿਸਾਨ ਨੇ ਉਹਨਾਂ ਦੇ ਵੱਲੋਂ ਸਾਹਮਣੇ ਆ ਕੇ ਪੇਸ਼ ਕੀਤਾ ਜਾ ਰਿਹਾ। ਪਰ ਜਿਸ ਤਰੀਕੇ ਦੇ ਨਾਲ ਕਿਸਾਨ ਬਜ਼ੁਰਗ ਅਜੀਤ ਸਿੰਘ ਨੇ ਗੱਲ ਕਹੀ ਹੈ, ਪਰ ਜਿਸ ਤਰੀਕੇ ਦੇ ਨਾਲ ਸਾਬਕਾ ਫੌਜੀ ਕਿਸਾਨ ਜੀਤ ਸਿੰਘ ਨੇ ਗੱਲ ਕਹੀ ਹੈ ਕਿ ਉਹ ਇੱਕ ਵਾਰ ਫਿਰ ਅੰਦੋਲਨ ਦੇ ਵਿੱਚ ਜਾਣ ਨੂੰ ਤਿਆਰ ਹੈ, ਮਤਲਬ ਇਹ ਹੈ ਕਿ ਕਿਸਾਨਾਂ ਦੇ ਹੌਸਲੇ ਮੱਠੇ ਨਹੀਂ ਪਏ। ਕੇਂਦਰ ਦੀ ਸਰਕਾਰ ਦੇ ਵੱਲੋਂ ਸ਼ਾਇਦ ਇਸ ਗੱਲ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਹੌਲੀ ਹੌਲੀ ਕਿਸਾਨ ਖਿੰਡ ਜਾਣਗੇ, ਹੌਲੀ ਹੌਲੀ ਹੌਸਲੇ ਪਸਤ ਹੋ ਜਾਣਗੇ। ਪਰ ਹਾਲ ਦੀ ਘੜੀ ਤਾਂ ਇਹੋ ਜਿਹੀ ਕੋਈ ਖਬਰ ਸਾਹਮਣੇ ਆ ਨਹੀਂ ਰਹੀ। ਕੱਲ੍ਹ ਦਾ ਕੁਝ ਕਹਿ ਨਹੀਂ ਸਕਦੇ, ਪਰ ਹਾਂ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ। ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਹਿੰਦੇ ਹੁੰਦੇ ਸੀ, ਅੱਜ ਵੀ ਉਹ ਗੱਲ ਕਹਿੰਦੇ ਆ। ਉਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇੱਕਦਮ ਤੁਸੀਂ ਸਾਰੇ ਜਾਣੇ ਆ ਜਿਹੜੇ ਉਹ ਇਸ ਵਕਤ ਦਸਵੰਧ ਨਾ ਭੇਜੋ, ਇੱਕਦਮ ਤੁਸੀਂ ਇੱਥੇ ਲੰਗਰ ਪਾਣੀ ਜਿਹੜਾ ਬਹੁਤ ਹੋ ਗਿਆ, ਇੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਨਾ ਭੇਜੋ। ਪਰ ਹੁਣ ਉੱਥੇ ਲੰਗਰ ਪਾਣੀ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ ਲੰਗਰ ਪਾਣੀ ਉੱਥੇ ਲਗਾਤਾਰ ਨਿਰਵਿਘਨ ਤਰੀਕੇ ਨਾਲ ਚੱਲ ਰਿਹਾ, ਪਰ ਕਿਉਂਕਿ ਹੁਣ ਅੰਦੋਲਨ ਨੂੰ 82-83 ਦਿਨ ਹੋ ਗਏ ਆ, ਇਸ ਕਰਕੇ ਹੌਲੀ ਹੌਲੀ ਜਿਹੜੇ ਲੋਕ ਪਹਿਲਾਂ ਭੇਜਦੇ ਸੀ ਉਹਨਾਂ ਦੇ ਵਿੱਚੋਂ ਕੁਝ ਹਟ ਗਏ, ਕੁਝ ਨਵੇਂ ਜੁੜ ਗਏ, ਕੁਝ ਫਿਰ ਹਟ ਜਾਂਦੇ ਆ, ਕੁਝ ਨਵੇਂ ਜੁੜ ਗਏ। ਇਸ ਕਰਕੇ ਹੁਣ ਉੱਥੇ ਅਸਲ ਅਰਥਾਂ ਦੇ ਵਿੱਚ ਹੌਲੀ ਹੌਲੀ ਲੋੜ ਦੇ ਮੁਤਾਬਕ ਚੀਜ਼ਾਂ ਦੀ ਵਰਤੋਂ ਆ ਜਿਹੜੀ ਉਹ ਵੱਧ ਰਹੀ ਹੈ। ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਜਦੋਂ ਹੁਣ ਮੌਸਮ ਬਦਲੂਗਾ, ਪਹਿਲਾਂ ਸਿਆਲ ਵਾਲਾ ਮੌਸਮ ਸੀ, ਹੁਣ ਜਦੋਂ ਗਰਮੀ ਸ਼ੁਰੂ ਹੋ ਜਾਣੀ ਹੈ ਤੇ ਅੰਦੋਲਨ ਜੇਕਰ ਲੰਮਾ ਚੱਲਦਾ ਤਾਂ ਫਿਰ ਉੱਥੇ ਹੋਰ ਵੱਖ-ਵੱਖ ਚੀਜ਼ਾਂ ਦੀ ਜ਼ਰੂਰਤ ਬੜੇ ਵੱਡੇ ਪੱਧਰ ਦੇ ਉੱਤੇ ਪੈਣੀ ਹੈ। ਭਾਵੇਂ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਇੱਥੇ ਟੈਂਟ ਦੇ ਥੱਲੇ ਟੈਂਟ ਲਾ ਕੇ ਗਰਮੀ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਇੱਥੇ ਪਾਣੀ ਵਾਲੇ ਪੱਖੇ ਵੀ ਲਵਾਂਗੇ, ਅਸੀਂ ਇੱਥੇ CCTV ਕੈਮਰਿਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਕਰਾਂਗੇ, ਅਸੀਂ ਇੱਥੇ AC ਦਾ ਪ੍ਰਬੰਧ ਵੀ ਕਰਾਂਗੇ। ਪਰ ਗੱਲ ਇਹ ਆ ਵੀ ਇਹਦੇ ਸਭ ਦੇ ਲਈ ਬਜਟ ਦੀ ਜ਼ਰੂਰਤ ਹੁੰਦੀ ਹੈ। ਬਾਕੀ ਵਕਤ ਦੱਸੂਗਾ ਵੀ ਕੌਣ ਕੀ ਇਸ ਮਾਮਲੇ 'ਚ ਕਰਦਾ, ਕੌਣ ਕੀ ਨਹੀਂ ਕਰਦਾ। ਪਰ ਜਿਸ ਤਰੀਕੇ ਦੇ ਨਾਲ ਭੇਤ ਭਰੀ ਚੁੱਪ ਕੇਂਦਰ ਦੀ ਸਰਕਾਰ ਦੇ ਵੱਲੋਂ ਧਾਰੀ ਹੋਈ ਹੈ ਤੇ ਜਿਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵੱਲੋਂ ਇਸ ਵਕਤ ਸਵਾਲ ਕੇਂਦਰ ਦੀ ਸਰਕਾਰ ਨੂੰ, ਭਾਰਤ ਦੀ ਸਰਕਾਰ ਨੂੰ ਕੀਤੇ ਜਾ ਰਹੇ ਆ, ਉਸ ਦੇ ਬਾਵਜੂਦ ਵੀ ਉਹ ਟਸ ਤੋਂ ਮਸ ਨਹੀਂ ਹੁੰਦੀ। ਇਹਦੇ ਉੱਤੇ ਹੈਰਾਨੀ ਹੋਣੀ ਕੁਦਰਤੀ ਹੈ। ਪਰ ਇੱਕ ਹੋਰ ਜਾਣਕਾਰੀ ਦੇਣੀ ਬਣਦੀ ਹੈ ਕਿ ਅੱਜ ਯਾਨੀ ਕਿ 16 ਤਰੀਕ ਨੂੰ ਸਰ ਛੋਟੂ ਰਾਮ ਹੋਰਾਂ ਦੀ ਯਾਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸਮਾਗਮ ਰਚਾਏ ਜਾ ਰਹੇ ਆ ਤੇ 18 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ 4 ਘੰਟੇ ਦੇ ਲਈ ਰੇਲਾਂ ਦਾ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦਾ ਵੀ ਫਿਕਰ ਨਹੀਂ ਵੀ ਰੇਲਾਂ ਰੋਕੀਆਂ ਜਾ ਰਹੀਆਂ, ਹੋਰ ਪ੍ਰੋਗਰਾਮਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਵੱਖ-ਵੱਖ ਸੂਬਿਆਂ ਦੇ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ, ਇਕੱਠ ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਵੱਧ ਰਿਹਾ, ਵੱਖ-ਵੱਖ ਬਾਰਡਰਾਂ ਦੇ ਉੱਤੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਪਰ ਉਹ ਹਾਲ ਦੀ ਘੜੀ ਤਾਂ ਬਿਲਕੁਲ ਸੁੱਤੇ ਪਏ ਆ। ਉਹਨਾਂ ਦੇ ਵੱਲੋਂ ਕਦੋਂ ਜਾਗਿਆ ਜਾਊਗਾ ਕੁਝ ਕਹਿ ਨਹੀਂ ਸਕਦੇ। ਪਰ ਦੇਸ਼ ਦੀ ਕਿਸਾਨੀ ਦੀ ਇੱਕੋ ਆਵਾਜ਼ ਹੈ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਫਿਰ ਹੀ ਆਪੋ ਆਪਣੇ ਘਰਾਂ ਨੂੰ ਪਰਤਣਾ। ਪਰ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਇਹ ਇਉਂ ਹੀ ਪਰਤ ਜਾਣਗੇ। ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਸਿਖਰ ਦੇ ਉੱਤੇ ਹੈ। ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਮ ਦੋ ਹਮਾਰੇ ਦੋ ਵਾਲੀ ਇਹ ਸਰਕਾਰ ਹੈ, ਕਿਉਂਕਿ ਰਾਹੁਲ ਗਾਂਧੀ ਹੋਰਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਕਿ ਹਮ ਦੋ ਕਹਿਣ ਦਾ ਭਾਵ ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਤੇ ਹਮਾਰੇ ਦੋ ਕਹਿਣ ਦਾ ਭਾਵ ਅੰਬਾਨੀ ਤੇ ਅਡਾਨੀ। ਇਹ 4 ਜਣੇ ਹੀ ਇਸ ਵਕਤ ਦੇਸ਼ ਨੂੰ ਚਲਾ ਰਹੇ ਆ। ਤੇ ਹੁਣ ਵੱਖ-ਵੱਖ ਰਾਜਨੀਤਿਕ ਲੋਕਾਂ ਦੇ ਵੱਲੋਂ ਜਿਹੜੇ ਵਿਰੋਧੀ ਪਾਰਟੀਆਂ ਦੇ ਆ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੇ ਹੋਰ ਲੋਕਾਂ ਦੇ ਵੱਲੋਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਹੈ ਵੀ ਇਸ ਵਕਤ ਦੇਸ਼ ਇਸ ਮਾਹੌਲ ਦੇ ਵਿੱਚੋਂ ਗੁਜ਼ਰ ਰਿਹਾ ਵੀ ਜਿਹੜਾ ਵੀ ਵਿਅਕਤੀ ਇਹ ਗੱਲ ਕਹੂਗਾ ਕਿ ਆਹ ਕੰਮ ਗਲਤ ਕੀਤਾ ਜਾ ਰਿਹਾ, ਨਾਲ ਦੀ ਨਾਲ ਉਹ ਦੇਸ਼ ਧਰੋਹੀ ਬਣ ਜਾਣਾ, ਉਹਦੇ ਉੱਤੇ ਪਰਚਾ ਪੈ ਜਾਣਾ। ਬਾਅਦ ਦੇ ਵਿੱਚ ਉਹਨੂੰ ਕਈ ਸਾਲ ਹੋ ਸਕਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ, ਜਿਵੇਂ ਕਿ ਨੌਦੀਪ ਕੌਰ ਦੇ ਮਾਮਲੇ 'ਚ ਹੋਇਆ, ਜਿਵੇਂ ਕਿ ਪਤਾ ਨਹੀਂ ਕਦੋਂ ਹੁਣ ਨਵਰੀਤ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ ਇਨਸਾਫ ਮਿਲਣਾ, ਪਤਾ ਨਹੀਂ ਕਦੋਂ ਜਿਹੜੇ ਬਾਕੀ ਵੱਖ-ਵੱਖ ਲੋਕ ਗ੍ਰਿਫਤਾਰ ਕੀਤੇ ਗਏ 26 ਤਰੀਕ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਨਸੀਬ ਹੋਊਗਾ। ਸੋ ਇਸ ਵਕਤ ਦਿੱਲੀ ਦੀ ਪੁਲਿਸ
ਕੇਂਦਰ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੀ ਮੰਗ ਕੋਈ ਸੁਣ ਕੇ ਰਾਜ਼ੀ ਨਹੀਂ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਵਤੀਰਾ ਅਪਣਾਇਆ ਜਾ ਰਿਹਾ ਉਹਦੇ ਉੱਤੇ 100 ਤਰ੍ਹਾਂ ਦੇ ਸਵਾਲ ਦੁਨੀਆ ਭਰ ਦੇ ਵਿੱਚ ਖੜੇ ਹੋ ਰਹੇ ਆ। ਹਰ ਕਿਸੇ ਨੂੰ ਭਾਰਤ ਦਾ ਸੰਵਿਧਾਨ ਲਿਖ ਕੇ ਤੇ ਬੋਲ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ, ਪਰ ਕੀ ਭਾਰਤ ਦੇ ਵਿੱਚ ਸੱਚੀ ਮੁੱਚੀ ਉਹ ਆਜ਼ਾਦੀ ਹੈ? ਜੇਕਰ ਤੁਸੀਂ ਕਿਸੇ ਵੀ ਧਰਮ ਦੇ ਬਾਰੇ ਕੋਈ ਟਿੱਪਣੀ ਕਰਦੇ ਆ ਆਪਣੀ ਬੌਧਿਕਤਾ ਦੇ ਮੁਤਾਬਕ ਸ਼ਬਦਾਂ ਦੀ ਮਰਿਆਦਾ ਵਿੱਚ ਰਹਿ ਕੇ ਤਾਂ ਵੀ ਪਵਾੜਾ। ਜੇ ਤੁਸੀਂ ਰਾਜਨੀਤਿਕ ਪਾਰਟੀ ਦੇ ਉੱਤੇ ਕੋਈ ਕਿੰਤੂ ਕਰਦੇ ਆ, ਖਾਸ ਕਰਕੇ ਸੱਤਾਧਾਰੀ ਧਿਰ ਦੇ ਉੱਤੇ ਕਰਦੇ ਆ, ਫਿਰ ਇੱਕ ਨਵਾਂ ਪਵਾੜਾ। ਕੋਈ ਪਤਾ ਹੀ ਨਹੀਂ ਕਿਹੜਾ ਉੱਠ ਕੇ ਜਿਹਨੂੰ ਗੁਆਂਢੀ ਨਹੀਂ ਪੁੱਛਦੇ ਹੁੰਦੇ ਉਹ ਇਹ ਗੱਲ ਕਹਿ ਦੇਵੇ ਜੀ ਕਿ ਇਹ ਤਾਂ ਦੇਸ਼ ਦੇ ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਹੈ। ਕੋਈ ਪਤਾ ਨਹੀਂ ਕਿਹੜਾ ਰਜਾਈ ਦੇ ਵਿੱਚ ਉੱਠ ਕੇ ਗੱਲ ਕਹਿ ਦੇਵੇ ਜੀ ਕਿ ਮੇਰੀਆਂ ਭਾਵਨਾਵਾਂ ਦੇ ਉੱਤੇ ਸੱਟ ਵੱਜ ਗਈ, ਹੁਣ ਮੈਂ ਕੀ ਕਰਾਂ, ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਮਤਲਬ ਇਹ ਹੈ ਕਿ ਦੇਸ਼ ਦੇ ਵਿੱਚ ਗੱਲ ਕਰਨਾ ਇਸ ਵਕਤ ਔਖਾ ਮਹਿਸੂਸ ਹੋ ਰਿਹਾ। ਇਹ ਮੈਂ ਇਕੱਲਾ ਨਹੀਂ ਕਹਿੰਦਾ, ਇਹ ਬਹੁਤ ਸਾਰੇ ਲੋਕਾਂ ਦਾ ਕਹਿਣਾ। ਇਹ ਇੱਕ ਵੱਖਰੀ ਗੱਲ ਹੈ ਵੀ ਦੇਸ਼ ਦੇ ਨਾਲ ਸਾਨੂੰ ਮੋਹ ਹੈਗਾ, ਮੋਹ ਰਹਿਣਾ ਵੀ ਚਾਹੀਦਾ। ਤਿਰੰਗੇ ਦਾ ਸਨਮਾਨ ਸਾਡੇ ਮਨ ਦੇ ਵਿੱਚ ਬਹੁਤ ਹੈ, ਹੋਊਗਾ ਵੀ ਰਹੂਗਾ ਵੀ, ਆਖਰੀ ਸਾਹ ਤੱਕ ਰਹੂਗਾ। ਤੇ ਵੱਡੀ ਗੱਲ ਇਹ ਹੈ ਵੀ ਸਾਡੀ ਜਾਂ ਕਿਸੇ ਵੀ ਕਿਸਾਨ ਦੀ ਜਾਂ ਦੇਸ਼ ਦੇ ਕਿਸੇ ਵੀ ਵਸਨੀਕ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਅਹੁਦੇ ਦੇ ਨਾਲ ਕੋਈ ਵੀ ਰੌਲਾ ਨਹੀਂ ਹੈ। ਲੋਕਾਂ ਨੂੰ ਇਸ ਵਕਤ ਇਹ ਜਾਪਦਾ ਜੀ ਕਿ ਜਿਹੜੀਆਂ ਉਮੀਦਾਂ ਦੇ ਤਹਿਤ ਅਸੀਂ ਵੋਟਾਂ ਪਾਉਂਦੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ, ਉਹ ਉਮੀਦਾਂ ਦੇ ਉੱਤੇ ਖਰੇ ਨਹੀਂ ਉਤਰਦੇ। ਉਹਨਾਂ ਦੇ ਵੱਲੋਂ ਉਹ ਗੱਲਾਂ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਮੈਨੀਫੈਸਟੋ ਦੇ ਵਿੱਚ ਨਹੀਂ ਹੁੰਦੀਆਂ ਤੇ ਉਹ ਗੱਲਾਂ ਛੱਡ ਦਿੱਤੀਆਂ ਜਾਂਦੀਆਂ ਜਿਹੜੀਆਂ ਕਿ ਮੈਨੀਫੈਸਟੋ ਦੇ ਵਿੱਚ ਹੈ। ਕਿਸੇ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਰੌਲਾ ਨਹੀਂਗਾ। ਇਸ ਵਕਤ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਬਣਾਏ ਗਏ ਕਾਨੂੰਨਾਂ ਦੇ ਨਾਲ, ਦੇਸ਼ ਦੇ ਗ੍ਰਹਿ ਵਿਭਾਗ ਦੇ ਮੰਤਰੀ ਦੇ ਨਾਲ ਉਹਨਾਂ ਦੇ ਨਾਲ ਵਿਚਾਰਧਾਰਕ ਮਤਭੇਦ ਹੈਗੇ ਆ, ਕਿਉਂਕਿ ਉਹ ਵੋਟਾਂ ਪਾਉਣ ਵਾਲੇ ਲੋਕਾਂ ਦੀ ਇਸ ਵਕਤ ਬਾਤ ਨਹੀਂ ਪੁੱਛ ਰਹੇ। ਪਰ ਇੱਕ ਨਵੀਂ ਜਾਣਕਾਰੀ ਬਹੁਤ ਵੱਡੀ ਪ੍ਰਾਪਤ ਹੋਈ ਆ, ਉਹ ਹੈਗੀ ਆ ਮਹਾਰਾਸ਼ਟਰ ਦੀ ਸਰਕਾਰ ਦੇ ਗ੍ਰਹਿ ਵਿਭਾਗ ਦੇ ਮੰਤਰੀ ਅਨਿਲ ਦੇਸ਼ਮੁਖ ਦੇ ਹਵਾਲੇ ਨਾਲ। ਜਦੋਂ ਪਿਛਲੇ ਦਿਨੀ ਹਰਿਆਣਾ ਦੇ ਵੱਲੋਂ ਤੇ ਗ੍ਰੇਟਾ ਥਨਬਰਗ ਦੇ ਵੱਲੋਂ ਟਵੀਟ ਕੀਤੇ ਗਏ ਸੀ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ, ਨਾਲ ਦੀ ਨਾਲ ਹੀ ਭਾਰਤ ਦੇ ਬੜੇ ਮਸ਼ਹੂਰ ਲੋਕਾਂ ਦੇ ਵੱਲੋਂ, ਭਾਵੇਂ ਲਤਾ ਮੰਗੇਸ਼ਕਰ ਹੋਰੀ ਹੋਣ, ਭਾਵੇਂ ਸਚਿਨ ਤੇਂਦੁਲਕਰ ਹੋਰੀ ਹੋਣ, ਭਾਵੇਂ ਅਕਸ਼ੇ ਕੁਮਾਰ ਆ, ਸੁਨੀਲ ਸ਼ੈਟੀ ਆ, ਅਜੇ ਦੇਵਗਨ ਆ, ਕੰਗਣਾ ਰਣੌਤ ਆ, ਉਹਨਾਂ ਦੇ ਵੱਲੋਂ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਗਏ ਸੀ ਕੇਂਦਰ ਦੀ ਸਰਕਾਰ ਦੇ ਹੱਕ ਦੇ ਵਿੱਚ ਤੇ ਕਿਸਾਨ ਅੰਦੋਲਨ ਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸੀ। ਉਸ ਤੋਂ ਬਾਅਦ ਪਤਾ ਲੱਗਾ ਸੀ ਜੀ ਕਿ ਇਹਨਾਂ ਟਵੀਟਾਂ ਦੀ ਪੜਤਾਲ ਕਰਵਾਈ ਜਾਣੀ ਹੈ। ਹੁਣ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਇਹਨਾਂ ਟਵੀਟਾਂ ਦੇ ਅਸਲ ਕਾਰਨਾਂ ਦਾ ਵੀ ਪਤਾ ਲੱਗ ਗਿਆ ਤੇ ਕਿੰਨਾ ਨੇ ਕਰਵਾਏ ਸੀ, ਇਹਦੇ ਪਿੱਛੇ ਕਿਹੜੇ ਕਿਹੜੇ ਲੋਕ ਆ, ਇਹਦਾ ਵੀ ਸਾਨੂੰ ਪਤਾ ਲੱਗ ਗਿਆ। ਕਿਉਂਕਿ IT ਸੈੱਲ ਆ ਜਿਹੜਾ ਭਾਜਪਾ ਦਾ, ਉਹਦੇ ਮੁਖੀ ਸਮੇਤ 12 ਲੋਕਾਂ ਦੇ ਨਾਂ ਇਸ ਮਾਮਲੇ ਦੇ ਵਿੱਚ ਵੱਜ ਰਹੇ ਆ। ਆਉਂਦੇ ਦਿਨਾਂ ਦੇ ਵਿੱਚ ਇਸ ਮਾਮਲੇ 'ਚ ਹੋਰ ਖੁਲਾਸੇ ਹੋ ਸਕਦੇ ਆ। ਗੋਦੀ ਮੀਡੀਆ ਨੇ ਤਾਂ ਇਸ ਮੁਤਲਕ ਕੋਈ ਖੁਲਾਸਾ ਕਰਨਾ ਨਹੀਂ, ਇਹ ਤਾਂ ਗੱਲ ਪੱਥਰ ਤੇ ਲਕੀਰ ਵਰਗੀ ਉਹਨਾਂ ਵਾਸਤੇ। ਪਰ ਜਿਵੇਂ ਜਿਵੇਂ ਵੀ ਕੋਈ ਜਾਣਕਾਰੀ ਆਊਗੀ ਉਵੇਂ ਉਵੇਂ ਦਰਸ਼ਕਾਂ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਹੌਲੀ ਹੌਲੀ ਆਪੇ ਨਿਕਲ ਕੇ ਆ ਜਾਣੀ ਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਕਹਿਣਾ ਹੈ ਕਿ ਸੈਲੀਬ੍ਰਿਟੀ ਟਵੀਟ ਮਾਮਲੇ ਦੇ ਵਿੱਚ ਭਾਜਪਾ ਦੇ IT ਸੈੱਲ ਦੇ ਮੁਖੀ ਸਮੇਤ 12 ਲੋਕਾਂ ਦੇ ਨਾਂ ਸਾਹਮਣੇ ਆਏ ਨੇ। ਦੇਸ਼ਮੁਖ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਕਿਸਾਨ ਅੰਦੋਲਨ ਦਰਮਿਆਨ ਸੈਲੀਬ੍ਰਿਟੀ ਟਵੀਟਸ ਦੀ ਜਾਂਚ ਦੀ ਗੱਲ ਸਾਹਮਣੇ ਆਈ ਸੀ। ਹੁਣ ਇਸ ਮਾਮਲੇ ਦੇ ਵਿੱਚ ਮਹਾਰਾਸ਼ਟਰ ਦੀ ਠਾਕਰੇ ਸਰਕਾਰ ਦੇ ਨਿਸ਼ਾਨੇ ਉੱਤੇ ਭਾਜਪਾ ਦਾ IT ਸੈੱਲ ਆ ਗਿਆ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਕਹਿਣਾ ਹੈ ਕਿ ਸੈਲੀਬ੍ਰਿਟੀ ਟਵੀਟ ਮਾਮਲੇ ਦੇ ਵਿੱਚ ਭਾਜਪਾ ਦੇ IT ਸੈੱਲ ਦੇ ਮੁਖੀ ਸਮੇਤ 12 ਲੋਕਾਂ ਦੇ ਨਾਂ ਸਾਹਮਣੇ ਆ ਗਏ ਨੇ। ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ, ਅਕਸ਼ੇ ਕੁਮਾਰ, ਸੁਨੀਲ ਸ਼ੈਟੀ ਤੇ ਅਜੇ ਦੇਵਗਨ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਰਿਆਣਾ ਤੇ ਗ੍ਰੇਟਾ ਥਨਬਰਗ ਦੇ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਟਵੀਟ ਤੋਂ ਬਾਅਦ ਕਈ ਟਵੀਟ ਕੀਤੇ ਸਨ। ਇਸ ਵਿੱਚ ਵਿਦੇਸ਼ੀ ਮਸ਼ਹੂਰ ਹਸਤੀਆਂ ਵੱਲੋਂ ਕੀਤੇ ਗਏ ਟਵੀਟ ਨੂੰ ਨਜ਼ਰਅੰਦਾਜ਼ ਕਰਨ ਵਾਸਤੇ ਕਿਹਾ ਗਿਆ ਸੀ। ਇਹਦੇ ਨਾਲ ਹੀ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਜ਼ਿਕਰ ਵੀ ਹੋਇਆ ਸੀ। ਇਸ ਤੋਂ ਬਾਅਦ ਭਾਰਤੀ ਮਸ਼ਹੂਰ ਹਸਤੀਆਂ ਦੇ ਟਵੀਟ ਇੱਕੋ ਜਿਹੇ ਦੇਖੇ ਜਾਣ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਵਿਰੋਧੀ ਧਿਰ ਨੇ ਇਹ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਕਿ ਕੀ ਇਹਨਾਂ ਟਵੀਟਾਂ ਦੇ ਪਿੱਛੇ ਸਰਕਾਰ ਦਾ ਹੱਥ ਤਾਂ ਨਹੀਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਇੱਕ ਸਤਰ ਦੇ ਨਾਲ ਕਿਸੇ ਦੇਸ਼ ਦੀ ਅਖੰਡਤਾ ਨੂੰ, ਕਿਸੇ ਦੇਸ਼ ਦੀ ਏਕਤਾ ਨੂੰ ਖਤਰਾ ਪੈਦਾ ਹੁੰਦਾ, ਇਹਦਾ ਮਤਲਬ ਇਹ ਆ ਵੀ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ। ਜੇਕਰ ਇੱਥੇ ਸਾਡਾ ਭਾਰਤ ਦਾ ਗੋਦੀ ਮੀਡੀਆ ਜਿਹੜਾ ਕਿ ਨਿਰਪੱਖਤਾ ਤੋਂ ਦੂਰ ਹੈਗਾ, ਕੋਹਾਂ ਦੂਰ, ਅਰਬਾਂ ਕਿਲੋਮੀਟਰ ਦੂਰ ਆ, ਉਹ ਇਸ ਵਕਤ ਹੁੰਦੀ ਖਬਰ ਕੁਝ ਹੋਰ ਆ, ਬਣਾ ਦਿੰਦਾ ਕੁਝ ਹੋਰ। ਜੇਕਰ ਉਹਨਾਂ ਦੇ ਵੱਲੋਂ ਹਰ ਰੋਜ਼ ਪੌਣਾ ਦਿਨ ਲਗਾਤਾਰ ਸਾਰੀ ਰਾਤ ਕੂੜ ਪ੍ਰਚਾਰ ਕਰਨ ਦੇ ਨਾਲ ਦੇਸ਼ ਦੇ ਏਕਤਾ ਨੂੰ ਨੁਕਸਾਨ ਨਹੀਂ ਹੁੰਦਾ, ਤਾਂ ਹਰਿਆਣਾ ਦੇ ਇੱਕ ਸਤਰ ਦੇ ਟਵੀਟ ਦੇ ਕਰਕੇ ਕਿਹੜਾ ਨੁਕਸਾਨ ਹੋ ਸਕਦਾ, ਇਹ ਸੋਚਣ ਵਿਚਾਰਨ ਵਾਲੀ ਗੱਲ ਹੈ। ਪਰ ਜਿਸ ਤਰੀਕੇ ਦੇ ਨਾਲ ਭਾਰਤ ਦੀਆਂ ਬਹੁਤ ਮਸ਼ਹੂਰ ਹਸਤੀਆਂ ਦੇ ਵੱਲੋਂ ਟਵੀਟ ਕੀਤੇ ਗਏ ਸੀਗੇ ਮੋੜਵੇਂ ਉੱਤਰ ਦੇ ਰੂਪ ਦੇ ਵਿੱਚ, ਉਹਦੇ ਉੱਤੇ ਸਵਾਲ ਖੜੇ ਹੋਣੇ ਕੁਦਰਤੀ ਸੀ, ਕਿਉਂਕਿ ਕਈ ਸ਼ਖਸੀਅਤਾਂ ਦੇ ਵੱਲੋਂ ਕੀਤੇ ਗਏ ਟਵੀਟ ਜਿਹੜੇ ਭਾਰਤ ਦੀਆਂ ਸ਼ਖਸੀਅਤਾਂ, ਉਹਨਾਂ ਦੀ ਇਬਾਰਤ ਇੱਕੋ ਜਿਹੀ ਸੀ।
19-21 ਦਾ ਫਾਸਲਾ ਸੀ। ਲੱਗਦਾ ਇਹ ਸੀ ਵੀ ਕਿਸੇ ਇੱਕੋ ਬੰਦੇ ਨੇ ਲਿਖ ਕੇ ਸਾਰਿਆਂ ਨੂੰ ਦਿੱਤੇ ਆ ਤੇ ਇਹ ਗੱਲ ਕਹੀ ਆ ਵੀ ਤੁਸੀਂ ਵੀ ਆਪਣੇ ਟਵਿੱਟਰ ਹੈਂਡਲ ਤੇ ਪਾ ਲਓ, ਤੁਸੀਂ ਵੀ ਪਾ ਲਓ, ਤੁਸੀਂ ਵੀ ਪਾ ਲਓ, ਤੁਸੀਂ ਵੀ ਪਾ ਲਓ। ਸੋ ਇਸ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਹੋਈ ਸੀ। ਹੁਣ ਇਹ ਕੁਝ ਕਹਿ ਨਹੀਂ ਸਕਦੇ ਵੀ ਉਹ ਕਿਹੜੇ-ਕਿਹੜੇ ਨਾਂ ਉਜਾਗਰ ਕਰਨਗੇ ਜਿਹੜੇ ਕਿ ਇਸ ਵਕਤ ਮਹਾਰਾਸ਼ਟਰ ਦੀ ਸਰਕਾਰ ਦੇ ਮੰਤਰੀ ਆ ਅਨਿਲ ਦੇਸ਼ਮੁਖ ਹੋਰੀ, ਜਾਂ ਇਸ ਮਾਮਲੇ ਦੇ ਉੱਤੇ ਬੀਜੇਪੀ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਊਗੀ। ਪਰ ਇਹ ਲੱਗਦਾ ਵੀ ਉਹ ਕਹਿਣਗੇ ਜੀ ਕਿ ਨਹੀਂ, ਸਾਡੇ ਨਾਲ ਤਾਂ ਧੱਕਾ ਕੀਤਾ ਜਾ ਰਿਹਾ, ਇਹ ਤਾਂ ਝੂਠ ਕਿਹਾ ਜਾ ਰਿਹਾ, ਇਹ ਤਾਂ ਕੋਈ ਸੱਚਾਈ ਵਾਲੀ ਗੱਲ ਨਹੀਂ। ਪਰ ਗੱਲ ਅਸਲ ਦੇ ਵਿੱਚ ਇਹ ਹੈ ਵੀ ਇੱਕ ਸਤਰ ਦੇ ਨਾਲ ਕਿਸੇ ਦੇਸ਼ ਦੀ ਏਕਤਾ ਨੂੰ ਖਤਰਾ ਨਹੀਂ ਪੈਦਾ ਹੁੰਦਾ। ਜੇਕਰ ਕਈ ਘੰਟੇ ਬੋਲਣ ਦੇ ਨਾਲ ਨਹੀਂ ਖਤਰਾ ਪੈਦਾ ਹੁੰਦਾ, ਫਿਰ ਇੱਕ ਸਤਰ ਜਿਹਦੇ ਵਿੱਚ 8-10 ਸ਼ਬਦ ਹੋਣ ਉਹਦੇ ਨਾਲ ਵੀ ਕੋਈ ਬਹੁਤਾ ਵੱਡਾ ਖਤਰਾ ਨਹੀਂ ਜੇ ਪੈਦਾ ਹੋਣ ਲੱਗਾ। ਦੇਸ਼ ਨੂੰ ਸਾਰੇ ਪਿਆਰ ਕਰਦੇ ਆ, ਪਿਆਰ ਕਰਨਾ ਵੀ ਚਾਹੀਦਾ, ਆਪਦੇ ਦੇਸ਼ ਦੇ ਉੱਤੇ ਮਾਣ ਵੀ ਹੋਣਾ ਚਾਹੀਦਾ। ਜੇ ਅਸੀਂ ਭਾਰਤੀ ਹਾਂ, ਸਾਨੂੰ ਭਾਰਤ ਦੇ ਉੱਤੇ ਮਾਣ ਆ। ਕੋਈ ਅਮਰੀਕਾ ਦਾ ਵਾਸੀ, ਉਹਨੂੰ ਅਮਰੀਕਾ ਦੇ ਉੱਤੇ ਹੋਣਾ ਚਾਹੀਦਾ। ਜਿੱਥੇ ਜਿਹੜਾ ਜੰਮਿਆ ਜਾਇਆ ਉਹਨੂੰ ਆਪਣੀ ਮਿੱਟੀ ਦੇ ਨਾਲ ਮੋਹ ਹੁੰਦਾ ਹੈ, ਸੀ ਤੇ ਰਹੂਗਾ। ਉਹਨੂੰ ਆਪਣੇ ਰਾਸ਼ਟਰੀ ਝੰਡੇ ਦੇ ਉੱਤੇ ਮਾਣ ਹੁੰਦਾ ਜਿਵੇਂ ਕਿ ਸਾਨੂੰ ਆਪਣੇ ਤਿਰੰਗੇ ਦੇ ਉੱਤੇ ਆ। ਪਰ ਇਸ ਵਕਤ ਭਾਰਤ ਦੇ ਵਿੱਚ ਜੋ ਸਵਾਲ ਦਰ ਸਵਾਲ ਚੱਲ ਰਹੇ ਆ, ਇਹਦੇ ਉੱਤੇ ਸਵਾਲ ਹੋਣੇ ਕੁਦਰਤੀ ਹੈ। ਭਾਰਤ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਪਈ ਹੈ। ਇਸ ਵਕਤ ਕਈ ਸੂਬਿਆਂ ਦੇ ਵਿੱਚ 100 ਰੁਪਈਆ ਲੀਟਰ ਪੈਟਰੋਲ ਹੋ ਗਿਆ। ਹੈਰਾਨੀ ਇਸ ਗੱਲ ਦੀ ਹੈ ਵੀ ਜਦੋਂ 7.5 ਸਾਲ ਪਹਿਲਾਂ ਕੇਂਦਰ ਦੇ ਵਿੱਚ UPA ਸਰਕਾਰ ਸੀ, ਭਾਜਪਾ ਦੇ ਵੱਖ-ਵੱਖ ਮੰਤਰੀ ਉਦੋਂ ਕਹਿੰਦੇ ਹੁੰਦੇ ਸੀ ਕਿ 30 ਤੋਂ ਲੈ ਕੇ 35 ਰੁਪਏ ਲੀਟਰ ਪੈਟਰੋਲ ਮਿਲ ਸਕਦਾ ਹੈ। ਜੇਕਰ ਸਰਕਾਰ ਇਹ ਚਲੀ ਜਾਵੇ ਤਾਂ ਸਾਡੀ ਆ ਜਾਵੇ। ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ 30 ਤੋਂ 35 ਰੁਪਏ ਤੱਕ ਹੀ, ਕਦੇ 65 ਰੁਪਏ, ਅਗਲੇ ਦਿਨ 66 ਰੁਪਏ, ਫਿਰ 70 ਰੁਪਏ, 75 ਰੁਪਏ। ਅੱਜ ਪੰਜਾਬ ਦੇ ਵਿੱਚ 90 ਰੁਪਏ ਲੀਟਰ ਪੈਟਰੋਲ ਮਿਲ ਰਿਹਾ ਤੇ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ 100 ਰੁਪਏ ਲੀਟਰ ਦੇ ਅੰਕੜੇ ਨੂੰ ਪਾਰ ਕਰਨ ਲੱਗਾ ਪੈਟਰੋਲ। ਇਹੀ ਦੇਸ਼ ਦੀ ਤਰੱਕੀ ਹੈ, ਇਹੀ ਦੇਸ਼ ਦਾ ਵਿਕਾਸ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਜਿਹੜੇ ਅੰਨੇ ਭਗਤ ਹੈ, ਜਿਨ੍ਹਾਂ ਨੂੰ ਹੋਰ ਕੁਝ ਸੁਝਦਾ ਵੀ ਨਹੀਂ, ਜਿਹੜੇ ਕਹਿੰਦੇ ਵੀ ਭਾਈ ਜੋ ਕੁਝ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਬਸ ਫਤਿਹ ਆ, ਕਮਾਲ ਕੀਤੀ ਜਾ ਰਹੀ ਹੈ, ਉਹਨਾਂ ਨੂੰ ਪਤਾ ਨਹੀਂ ਪੈਟਰੋਲ ਡੀਜ਼ਲ ਸਸਤਾ ਮਿਲਦਾ, ਉਹਨਾਂ ਨੂੰ ਪਤਾ ਨਹੀਂ ਗੈਸ ਸਿਲੰਡਰ ਮੁਫਤ ਦੇ ਵਿੱਚ ਮਿਲਦਾ, ਜਾਂ ਉਹਨਾਂ ਨੂੰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਵੱਖਰੀਆਂ ਸਹੂਲਤਾਂ ਮਿਲਦੀਆਂ ਹੋਣਗੀਆਂ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਉਹ ਆਪਣੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਕੱਢਦੇ। ਉਹਨਾਂ ਦੇ ਵੱਲੋਂ ਸਾਰਾ ਕੁਝ ਇਗਨੋਰ ਕੀਤਾ ਜਾ ਰਿਹਾ, ਉਹ ਦਰਕਿਨਾਰ ਕਰ ਰਹੇ ਆ। ਚਾਹੀਦਾ ਇਹ ਹੈ ਕਿ ਜੇਕਰ ਉਹ ਵੀ ਆਮ ਨਾਗਰਿਕਾਂ ਵਾਂਗੂ ਪੀੜ ਮਹਿਸੂਸ ਕਰ ਰਹੇ ਆ ਤਾਂ ਬੋਲਣ, ਪਰ ਪਤਾ ਨਹੀਂ ਉਹਨਾਂ ਦੀ ਕਿਹੜੀ ਗੱਲੋਂ ਜ਼ੁਬਾਨ ਬੰਦ ਹੈ। ਉਹਨਾਂ ਨੂੰ ਬੋਲਣਾ ਜ਼ਰੂਰ ਚਾਹੀਦਾ। ਸਭ ਨੂੰ ਧੱਕੇਸ਼ਾਹੀ ਦੇ ਖਿਲਾਫ ਬੋਲਣਾ ਚਾਹੀਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਲਗਾਤਾਰ ਵੱਧ ਰਹੀ ਮਹਿੰਗਾਈ ਦੇ ਕਰਕੇ ਕਾਂਗਰਸ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ। ਕਾਂਗਰਸੀ ਨੇਤਾਵਾਂ ਨੇ ਸਰਕਾਰ ਦੇ ਉੱਤੇ ਬਦਮਾਸ਼ੀ, ਮੁਨਾਫਾਖੋਰੀ ਕਰਨ ਤੇ ਆਮ ਲੋਕਾਂ ਦੀ ਚਿੰਤਾ ਨਾ ਕਰਨ ਦਾ ਦੋਸ਼ ਲਾਇਆ ਤੇ ਸਵਾਲ ਕੀਤਾ ਕਿ UPA ਸਰਕਾਰ ਦੌਰਾਨ ਸਿਲੰਡਰ ਸੜਕ ਦੇ ਉੱਤੇ ਰੱਖ ਕੇ ਬੈਠਣ ਵਾਲੀਆਂ ਭਾਜਪਾ ਦੀਆਂ ਔਰਤ ਆਗੂ ਹੁਣ ਕਿਹੜੀ ਗੱਲੋਂ ਚੁੱਪ ਨੇ। ਕਾਂਗਰਸੀ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ 10 ਦਿਨਾਂ ਦੇ ਅੰਦਰ ਕੇਂਦਰ ਦੀ ਸਰਕਾਰ ਨੇ LPG ਸਿਲੰਡਰ ਦੇ ਵਿੱਚ 75 ਰੁਪਏ ਦਾ ਵਾਧਾ ਕੀਤਾ। 4 ਫਰਵਰੀ ਨੂੰ ਕੀਮਤ ਦੇ ਵਿੱਚ 25 ਰੁਪਏ ਦਾ ਵਾਧਾ ਹੋਇਆ ਸੀ ਤੇ ਹੁਣ ਇਹਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ। ਇੰਨਾ ਹੀ ਨਹੀਂ, 2 ਮਹੀਨਿਆਂ ਵਿੱਚ ਸਿਲੰਡਰ ਦੀ ਕੀਮਤ ਦੇ ਵਿੱਚ 175 ਰੁਪਏ ਦਾ ਵਾਧਾ ਹੋਇਆ। ਸਿਲੰਡਰ ਦਿੱਲੀ ਦੇ ਵਿੱਚ ਲਗਭਗ 700 ਤੇ 70 ਰੁਪਏ ਦੇ ਵਿੱਚ ਵਿਕ ਰਿਹਾ ਤੇ ਇਹ ਵੀ ਗੱਲ ਕਹੀ ਗਈ ਹੈ ਕਿ UPA ਸਰਕਾਰ ਦੌਰਾਨ ਸਿਲੰਡਰ ਦੀ ਕੀਮਤ ਲਗਭਗ 400 ਰੁਪਏ ਸੀ। ਉਸ ਸਮੇਂ ਕੱਚੇ ਤੇਲ ਦੀ ਕੀਮਤ $100 ਪ੍ਰਤੀ ਬੈਰਲ ਤੋਂ ਵੀ ਵੱਧ ਸੀ, ਪਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕਾਬੂ ਦੇ ਵਿੱਚ ਰੱਖਿਆ ਗਿਆ ਸੀ। ਹੁਣ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਇਸ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਦੇਸ਼ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ 2 ਮਹੱਤਵਪੂਰਨ ਫੈਸਲੇ ਲੰਮਾ ਸਮਾਂ ਚੱਲਦੇ ਰਹੇ ਆ। ਇੱਕ ਤਾਂ ਇਹ ਹੈ ਕਿ ਹਰ ਰੋਜ਼ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਘਾਟਾ ਨਹੀਂ ਸੀ ਹੁੰਦਾ, ਵਾਧਾ ਹੀ ਹੁੰਦਾ, ਘਾਟਾ ਤਾਂ ਕਦੇ ਹੋਇਆ ਹੀ ਨਹੀਂਗਾ। ਪਰ ਗੱਲ ਇਹ ਹੈ ਵੀ ਉਦੋਂ ਮਹੀਨੇ ਦੇ ਵਿੱਚ 2 ਵਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਸੀ, ਉਹ ਵੀ ਤਿਲ ਫੁੱਲ ਵਾਧਾ ਹੁੰਦਾ ਸੀ, ਜਿਹਦਾ ਕਿ BJP ਦੇ ਵੱਲੋਂ ਲਗਾਤਾਰ ਮੁੱਦਾ ਬਣਾਇਆ ਜਾਂਦਾ ਸੀ। ਵੱਖ-ਵੱਖ ਆਗੂ ਉਦੋਂ ਗੰਢਿਆਂ ਦੇ ਹਾਰ ਗਲ 'ਚ ਪਾ ਕੇ ਕਹਿੰਦੇ ਹੁੰਦੇ ਸੀ ਹਮ ਤੋਂ ਲੁੱਟ ਗਏ, ਉਦੋਂ ਲਸਣ ਦੇ ਹਾਰ ਗਲ 'ਚ ਪਾ ਕੇ ਕਹਿੰਦੇ ਸੀ ਹਮ ਤੋਂ ਬਰਬਾਦ ਹੋ ਗਏ, ਉਦੋਂ ਖਾਲੀ ਸਿਲੰਡਰ ਸਿਰਾਂ ਦੇ ਉੱਤੇ ਰੱਖ ਕੇ ਪ੍ਰਦਰਸ਼ਨ ਕਰਦੇ ਹੁੰਦੇ ਸੀ, ਉਦੋਂ ਗਧੇ ਰੇੜਿਆਂ ਦੇ ਉੱਤੇ ਬੈਠ ਕੇ ਗੱਲ ਕਹਿੰਦੇ ਹੁੰਦੇ ਸੀ ਕਿ ਦੇਖੋ ਜੀ ਹੁਣ ਤਾਂ ਆਹ ਵੇਲਾ ਆ ਗਿਆ, ਵਹੀਕਲ ਤਾਂ ਹੁਣ ਸਾਡੇ ਕੋਲੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਖੋਹ ਲੈਣੇ ਆ। ਪਰ ਉਸ ਵਕਤ ਨਾ ਤਾਂ ਜਿਹੜੀਆਂ ਕੱਚੇ ਤੇਲ ਦੀਆਂ ਕੀਮਤਾਂ ਅੱਜ ਵਾਂਗੂ ਘੱਟ ਸੀ, ਉਦੋਂ ਇਸ ਨਾਲੋਂ ਵੱਧ ਸੀ, ਪਰ ਕੀਮਤਾਂ ਭਾਰਤ ਦੇ ਵਿੱਚ ਘੱਟ ਸੀ। ਇਹਦੇ ਲਈ 2 ਕਾਰਨ ਆ। ਇੱਕ ਤਾਂ ਹੁਣ ਕੇਂਦਰ ਦੀ ਸਰਕਾਰ ਨੂੰ ਐਕਸਾਈਜ਼ ਡਿਊਟੀ ਘਟਾਉਣੀ ਚਾਹੀਦੀ ਹੈ ਤੇ ਪੰਜਾਬ ਦੀ ਜਾਂ ਬਾਕੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਆਪਣੇ ਹਿੱਸੇ ਦੀ ਐਕਸਾਈਜ਼ ਡਿਊਟੀ ਤੇ ਬਾਕੀ ਦੇ ਟੈਕਸ ਘਟਾਉਣੇ ਪੈਣਗੇ ਜੇਕਰ ਅਸੀਂ ਲੋਕ ਬਚਾਉਣੇ ਆ ਤਾਂ। ਪਰ ਦੁੱਖ ਦੀ ਗੱਲ ਇਹ ਆ ਵੀ ਸੂਬਿਆਂ ਦੀਆਂ ਸਰਕਾਰਾਂ ਨੇ ਕਹਿਣਾ ਇਹ ਕੇਂਦਰ ਦੀ ਸਰਕਾਰ ਕਰੇ, ਕੇਂਦਰ ਦੀ ਸਰਕਾਰ ਨੇ ਕਹਿਣਾ ਤੁਸੀਂ ਆਪਣੇ ਹਿੱਸੇ ਦਾ ਟੈਕਸ ਘਟਾ ਲਓ, ਤੇ ਲੋਕਾਂ ਦਾ ਕਿਸੇ ਨੇ ਵੀ ਅਸਲ ਅਰਥਾਂ ਦੇ ਵਿੱਚ ਸੋਚਣਾ ਨਹੀਂ। ਤੇ ਲੋਕਾਂ ਦੇ ਨਾਲ ਹੋਣੀ ਵੀ ਇਹੀ ਹੈ ਕਿਉਂਕਿ ਲੋਕਾਂ ਨੇ ਕਦੇ ਵੋਟਾਂ ਸੋਚ ਸਮਝ ਕੇ ਪਾਈਆਂ ਨਹੀਂ, ਕਦੇ ਇਸ ਗੱਲ ਨੂੰ ਮੁੱਦਾ ਬਣਾ ਕੇ ਨਹੀਂ ਪਾਈਆਂ, ਕਦੇ ਇਸ ਗੱਲ ਨੂੰ ਵਿਸ਼ਾ ਬਣਾ ਕੇ, ਕਦੇ ਇਸ ਗੱਲ ਨੂੰ ਉਹਨਾਂ ਨੇ ਕੇਂਦਰ ਬਿੰਦੂ ਦੇ ਵਿੱਚ ਰੱਖ ਕੇ ਵੋਟਾਂ ਨਹੀਂ ਪਾਈਆਂ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜਦੋਂ ਹੁਣ ਕੱਚੇ ਤੇਲ ਦੀਆਂ ਕੀਮਤਾਂ ਸਰਕਾਰੀ
ਕੰਟਰੋਲ ਦੇ ਵਿੱਚ ਨਹੀਂ ਹੈ, ਇਹ ਹੁਣ ਪ੍ਰਾਈਵੇਟ ਹੱਥਾਂ ਦੇ ਵਿੱਚ ਹੈ। ਇਸ ਕਰਕੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਲਗਾਤਾਰ ਹੋ ਰਿਹਾ। ਹੁਣ ਅੱਜ ਖਬਰ ਆਉਂਦੀ ਹੈ ਕਿ 90 ਰੁਪਏ ਆ, ਕੋਈ ਪਤਾ ਨਹੀਂ ਸਵੇਰ ਦੇ ਵੇਲੇ ਅਸੀਂ ਜਦੋਂ ਉੱਠੀਏ ਇਹ 91 ਰੁਪਏ ਹੋਵੇ ਤੇਲ ਦਾ ਰੇਟ ਜਾਂ 91.5 ਰੁਪਏ ਹੋ ਜੇ। ਇਹ ਕਦੇ 10 ਪੈਸੇ, ਕਦੇ 1 ਰੁਪਈਆ, ਕਦੇ 1.5 ਰੁਪਈਆ, ਕਦੇ 70 ਪੈਸੇ ਤੇਲ ਦੀ ਕੀਮਤ 'ਚ ਹਰ ਰੋਜ਼ ਹੀ ਵਾਧਾ ਹੋਈ ਜਾਂਦਾ ਹੈ। ਤੇ ਦੇਸ਼ ਦੇ ਵਿੱਚ ਜਿਹੜੇ ਵਸਦੇ ਲੋਕ ਆ ਉਹ ਲਗਾਤਾਰ ਕਚੂਮਰ ਆਪਣਾ ਨਿਕਲਿਆ ਮਹਿਸੂਸ ਕਰ ਰਹੇ ਆ। ਪਰ ਜਿਹੜੇ ਅੰਨੀ ਭਗਤੀ ਕਰਨ ਵਾਲੇ ਲੋਕ ਆ ਉਹ ਇਹ ਗੱਲ ਕਹਿੰਦੇ ਵੀ ਸਭ ਕੁਝ ਠੀਕ ਹੈ, ਵਿਕਾਸ ਇਉਂ ਹੀ ਹੁੰਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।